ਮੰਨ ਕੇ ਜੀ ਅੱਜ ਕੀ ਕਹਿਣਾ ਜੀ ਸੈਸ਼ਨ ਬੁਲਾਇਆ ਗਿਆ ਜੀ ਥੱਲੇ ਕਰ ਲਓ। ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਵਿਸ਼ੇਸ਼ ਸੈਸ਼ਨ ਹੈ। ਜਾ ਕੇ ਪਤਾ ਲੱਗੇਗਾ ਹੁਣ ਅਗਲੀ ਕਾਰਵਾਈ ਕੀ ਕਹੇਗੀ ਕੀ ਹੋਏਗੀ। ਅਸੀਂ ਅੱਜ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੇ ਜਿਹੜਾ ਵਿਸ਼ੇਸ਼ ਸੱਦਾ ਬੁਲਾਇਆ ਉਹਨੂੰ ਅਟੈਂਡ ਕਰਨ ਜਾ ਰਹੇ ਹਾਂ ਜਲਦੀ। ਕਿਸਾਨ ਵੀ ਅੱਜ ਪ੍ਰਦਰਸ਼ਨ ਕਰ ਰਹੇ ਆ ਪੰਜਾਬ ਸਰਕਾਰ ਦੇ ਖਿਲਾਫ ਬਾਹਰ ਦੇਖਣ ਨੂੰ ਮਿਲ ਰਿਹਾ। ਅੱਜ ਕਿਸਾਨਾਂ ਦਾ ਜਿਹੜਾ ਪ੍ਰਦਰਸ਼ਨ ਹੈ, ਜਿਹੜਾ ਕੱਲ ਮੋਗੇ 'ਚ ਅਤਿਆਚਾਰ ਹੋਇਆ ਜਾਂ ਅੰਮ੍ਰਿਤਸਰ ਦੇ ਵਿੱਚ ਹੋਇਆ, ਉਹਦਾ ਕੈਪਟਨ ਸਾਹਿਬ ਤੋਂ ਅਸੀਂ ਅੱਜ ਜਵਾਬ ਮੰਗਾਂਗੇ। ਤਾਂ ਲੱਗਦਾ ਫਲੋਰ ਟੈਸਟ ਦੇਣ ਦੀ ਵੀ ਲੋੜ ਹੈ ਹੁਣ ਸੈਸ਼ਨ ਦੇ ਵਿੱਚ। ਬਿਲਕੁਲ, ਇਹਨਾਂ ਦੀ ਆਪਦੀ ਅੰਦਰਲੀ ਬਹੁਮਤ ਹੈ ਨਹੀਂ ਤੇ ਅੰਦਰ ਇਹਨਾਂ ਦੀ ਨੱਤ ਲੜਾਈ ਹੋ ਰਹੀ ਹੈ ਤੇ ਬਾਹਰ ਇਹਨਾਂ ਦੀ ਜਿਹੜਾ ਚੱਲ ਰਹੀ ਹੈ, ਇਹਨਾਂ ਦੀ ਸਰਕਾਰ ਹਰ ਮੁਕਾਮ ਤੇ ਫੇਲ ਹੋ ਰਹੀ ਹੈ। ਆਮ ਪਾਰਟੀ ਮੰਗ ਕਰੇਗੀ ਅੰਦਰ ਜਾ ਕੇ ਦੇਖਦੇ ਸਾਡੇ ਲੀਡਰ ਆਫ ਆਪੋਜੀਸ਼ਨ ਜੀ ਕੀ ਸਾਨੂੰ ਕਹਿੰਦੇ, ਮੈਨੂੰ ਜਾਣ ਦਿਓ ਪਲੀਜ਼। ਬਹੁਤ ਬਹੁਤ ਧੰਨਵਾਦ। ਸਭ ਕਿਵੇਂ ਦੇਖਿਓ ਅੱਜ ਇੱਕ ਦਿਨ? ਸੋ ਅੱਜ ਦਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਦਿਨ ਦਾ ਹੈਗਾ। ਸਾਡੀ ਸਪੀਕਰ ਸਾਹਿਬ ਨਾਲ ਜਿੱਦਣ ਅਸੀਂ ਖਸਖਸ ਦੀ ਖੇਤੀ ਦੇ ਉੱਤੇ ਪ੍ਰਾਈਵੇਟ ਮੈਂਬਰ ਬਿੱਲ ਦੇਣ ਗਏ ਸੀ, ਉਹਨਾਂ ਨੇ ਇਨਸ਼ੋਰ ਕੀਤਾ ਕਿ ਇਸ ਮਹੀਨੇ 15 ਤਰੀਕ ਤੋਂ ਬਾਅਦ 7-8 ਦਿਨ ਦਾ ਹੋਰ ਵਿਧਾਨ ਸਭਾ ਦਾ ਸੈਸ਼ਨ ਆ ਰਿਹਾ, ਜਿਹਦੇ ਤੇ ਪੰਜਾਬ ਦੇ ਨਾਲ ਸੰਬੰਧਿਤ ਸਮੱਸਿਆਵਾਂ ਦੇ ਚੰਗੇ ਤਰੀਕੇ ਦੇ ਨਾਲ, ਕਿਉਂਕਿ ਇਹ ਜਿਹੜਾ 7-8 ਦਿਨ ਦਾ ਸੈਸ਼ਨ ਆ ਰਿਹਾ, ਇਹ ਆਖਰੀ ਸੈਸ਼ਨ ਆ ਇਹ ਟਰਮ ਦਾ। ਸੋ ਅਸੀਂ ਅੱਜ ਗੁਰੂ ਤੇਗ ਬਹਾਦਰ ਸਾਹਿਬ ਨੂੰ ਉਹਨਾਂ ਦੁਆਰਾ ਕੀਤੇ ਗਏ ਜਿਹੜੇ ਕੀਰਤੀਮਾਨ ਸਾਡੇ ਦੇਸ਼ ਦੇ ਅੰਦਰ ਆ ਕੌਮ ਵਾਸਤੇ, ਅਸੀਂ ਅੱਜ ਉਹਨਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਾਂਗੇ। ਫਲੋਰ ਟੈਸਟ ਦੀ ਵੀ ਗੱਲ ਕਰੋਗੇ, ਮੁੱਖ ਮੰਤਰੀ ਫਲੋਰ ਟੈਸਟ ਦੇਣ, ਕਿਉਂਕਿ ਉਹਨਾਂ ਦੇ ਆਪਣੇ ਹੀ ਕਾਂਗਰਸ ਦੇ ਲੀਡਰ ਕਹਿੰਦੇ ਨਜ਼ਰ ਆ ਰਹੇ। ਨਹੀਂ ਦੇਖੋ, ਜਿਹੜਾ ਫਲੋਰ ਟੈਸਟ ਹੈਗਾ ਨਾ, ਹੁਣ ਵੇਸਟ ਆਫ એનર્ਜੀ ਆ। ਚੰਦ ਮਹੀਨੇ ਰਹਿ ਗਏ, ਚੰਦ ਮਹੀਨਿਆਂ ਤੱਕ ਦਾ ਇਲੈਕਸ਼ਨ ਕੋਡ ਆਇਆ ਖੜਾ। ਸੋ ਹੁਣ ਇਹ ਸੱਪ ਲੰਘ ਗਿਆ ਤੇ ਲਕੀਰ ਕੁੱਟਣ ਦਾ ਕੋਈ ਫਾਇਦਾ ਨਹੀਂ ਦੋਸਤੋ। ਸੀ ਵਿਧਾਨ ਸਭਾ ਦੇ ਅੰਦਰ ਗੱਲ ਰੱਖੀ ਸੀ ਕਿ ਖਸਖਸ ਦੀ ਖੇਤੀ ਬਾਰੇ ਪ੍ਰਾਈਵੇਟ ਮੈਂਬਰ ਬਿੱਲ ਜਿਹੜਾ ਹੈ ਉਹ ਲਿਆਂਦਾ ਜਾਵੇ, ਤਾਂ ਫਿਲਹਾਲ ਅੱਗੋਂ ਉਹਨਾਂ ਨੂੰ ਇਹ ਭਰੋਸਾ ਦਿੱਤਾ ਗਿਆ ਹੈ ਕਿ 7 ਤੋਂ 8 ਦਿਨ ਦਾ ਸੈਸ਼ਨ ਜਿਹੜਾ ਅਸੀਂ ਜਲਦ ਬੁਲਾਵਾਂਗੇ ਤੇ ਉਸ ਦੇ ਵਿੱਚ ਪ੍ਰਾਈਵੇਟ ਮੈਂਬਰਸ਼ਿਪ ਬਿੱਲ ਬਾਰੇ ਵੀ ਗੱਲਬਾਤ ਕੀਤੀ ਜਾਏਗੀ। ਅੱਜ ਦੇ ਸੈਸ਼ਨ ਦੇ ਬਾਰੇ ਕੀ ਕਹਿਣਾ ਤੁਹਾਡਾ? ਅੱਜ ਦਾ ਸਪੈਸ਼ਲ ਸਦਨ, ਸਪੈਸ਼ਲ ਸੈਸ਼ਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਰਧਾ ਸਤਿਕਾਰ, ਉਹਨਾਂ ਦਾ ਪਾਵਨ ਆਗਮਨ ਪੁਰਬ ਮਨਾਉਂਦੇ ਹੋਏ। ਫਲੋਰ ਟੈਸਟ ਦੀ ਵੀ ਗੱਲ ਹੋ ਰਹੀ ਹੈ ਕਿ ਮੁੱਖ ਮੰਤਰੀ ਫਲੋਰ ਟੈਸਟ ਤੇ ਆਮ ਆਦਮੀ ਪਾਰਟੀ ਗੱਲ ਕਰ ਰਹੀ ਹੈ। ਉਹ ਕੁਝ ਵੀ ਕਹਿ ਸਕਦੇ ਆ ਜੀ, ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜਦੋਂ ਬੰਦਾ ਪਰਮੇਸ਼ਰ ਨੂੰ ਭੁੱਲ ਜਾਏ ਫਿਰ ਇਹੋ ਜਿਹੀਆਂ ਗੱਲਾਂ ਚੱਲ ਪੈਂਦੀਆਂ। ਅੱਜ ਦਾ ਤਾਂ ਸਪੈਸ਼ਲ ਸਦਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਲਈ, ਜਿਨ੍ਹਾਂ ਨੂੰ ਆਪਾਂ ਮਾਣ ਨਾਲ ਕਹਿੰਦੇ ਆ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ, ਅੱਜ ਉਹਨਾਂ ਦਾ ਸਪੈਸ਼ਲ ਉਹਨਾਂ ਵਾਸਤੇ ਸਦਨ ਬੁਲਾਇਆ ਗਿਆ। ਮੇਰੇ ਹਿਸਾਬ ਨਾਲ ਅੱਜ ਦਾ ਦਿਨ ਉਹਨਾਂ ਨੂੰ ਸਮਰਪਿਤ ਹੈ ਤੇ ਮੈਂ ਤਾਂ ਕੇਵਲ ਉਹਨਾਂ ਦੀ ਗੱਲ ਕਰਨ ਲਈ ਜਾ ਰਿਹਾ। ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਸੈਸ਼ਨ ਬੁਲਾਇਆ ਗਿਆ, ਕੀ ਕਹਿਣਾ ਤੁਹਾਡਾ? ਬਈ ਅੱਜ ਗੁਰੂ ਬਾਹਰ ਹੀ ਕਰ ਲੈਣਾ ਸੀ ਯਾਰ, ਨਿਕਲਣਾ ਹੈ ਨਾ। ਬੋਲੋ। ਅੱਜ ਗੁਰੂ ਮਹਾਰਾਜ ਦੇ 400 ਸਾਲਾ ਪ੍ਰਕਾਸ਼ ਉਤਸਵ ਦੇ ਸੰਬੰਧ ਦੇ ਅੰਦਰ ਅੱਜ ਅਸੀਂ ਸਾਰੇ ਹੀ ਧਾਰਮਿਕ ਮਰਿਆਦਾ ਦੇ ਨਾਲ ਅਸੀਂ ਗੁਰੂ ਮਹਾਰਾਜ ਨੂੰ ਸਮਰਪਿਤ ਉਹ 400 ਸਾਲਾ ਜਿਹੜਾ ਮਨਾਇਆ ਜਾ ਰਿਹਾ ਹੈ, ਉਹਦੇ ਵਾਸਤੇ ਅਸੀਂ ਸਾਰੇ ਇਕੱਠੇ ਹੋ ਰਹੇ ਹਾਂ ਔਰ ਉਹਦੇ ਵਾਸਤੇ ਅਸੀਂ ਸਾਰੇ ਜਾ ਰਹੇ ਹਾਂ। ਆਮ ਆਦਮੀ ਪਾਰਟੀ ਹੁਣੇ ਕਹੇਗੀ ਕਿ ਲੋੜ ਹੈ ਫਲੋਰ ਟੈਸਟ ਕਰਵਾਇਆ ਜਾਵੇ, ਫਿਰ ਪਤਾ ਲੱਗੇ ਕਿ ਕਿੰਨੇ ਕੁ ਵਿਧਾਇਕ। ਬਈ ਕੋਈ ਅਜਿਹਾ ਸਵਾਲ ਹੋਵੇ ਜਿਹੜਾ ਪਬਲਿਕ ਡੋਮੇਨ ਤੇ ਓਪੋਜੀਸ਼ਨ ਪਾਰਟੀਆਂ ਜਾਂ ਵਿਰੋਧੀ ਨਹੀਂ ਲੈ ਕੇ ਆਏ। ਸਾਰਾ ਦਿਨ ਮੀਡੀਆ ਦੇ ਵਿੱਚ ਉਹੀ ਗੱਲਾਂ ਹੈ ਜਿਹੜੀਆਂ ਰੋਜ਼ ਕਰਦੇ ਆ ਉਹ ਰੋਜ਼ ਉਹਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਜਾ ਰਹੇ ਔਰ ਦਿੱਤੇ ਜਾਣਗੇ। ਔਰ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜੀਆਂ ਵਿਰੋਧੀ ਪਾਰਟੀਆਂ ਇਹਨਾਂ ਦੇ ਕੋਲ ਕਹਿਣ ਨੂੰ ਕੁਝ ਹੈਗਾ। ਇਹਨਾਂ ਕੋਲ ਕੁਝ ਵੀ ਕਹਿਣ ਨੂੰ ਹੈ ਨਹੀਂ। ਇਸ ਲਈ ਇਹਨਾਂ ਨੂੰ ਪੁੱਛੋ ਕਿ ਕਿਹੜੀ ਗੱਲ ਹੈ ਜਿਹੜੀ ਅੰਦਰ ਕਰਨੀ ਹੈ ਇਹਨਾਂ ਨੇ, ਜਿਹੜੀ ਬਾਹਰ ਨਹੀਂ ਕੀਤੀ। ਇਹ ਕਿਹੜੇ ਦਿਨ ਇਹਨਾਂ ਨੇ ਇਹ ਸਵਾਲ ਖੜੇ ਨਹੀਂ ਕੀਤੇ ਤੇ ਉਹਨਾਂ ਦੇ ਸਵਾਲਾਂ ਦਾ ਕਿਹੜਾ ਦਿਨ ਹੈ ਅਸੀਂ ਹਵਾ ਨਹੀਂ ਕੱਢੀ। ਇਸ ਲਈ ਮੈਂ ਤੁਹਾਨੂੰ ਇਹ ਗੱਲ ਕਹੀ ਹੈ, ਇਹ ਕੁਝ ਤੋਂ ਲੋਕ ਕहेंगे, ਲੋਗों का काम है कहना। ਡਾਕਟਰ ਮਨਮੋਹਨ ਸਿੰਘ ਜੀ ਨੂੰ ਸੱਦਾ ਦਿੱਤਾ ਗਿਆ ਸੀ, ਇਸ ਤੋਂ ਇਲਾਵਾ ਹੋਰ ਕੌਣ ਕਿਨਾਰੇ ਕੁਝ ਫਾਈਨਲ? ਬਈ ਹੁਣ ਜਾ ਕੇ ਪਤਾ ਲੱਗੇਗਾ। ਇਹ ਤੇ ਪਰਸਨਲ ਕੋਈ ਹੈ ਦੀ ਡਿਪੈਂਡ ਹੈ ਕਿ ਕੌਣ ਆਂਦਾ ਕੌਣ ਨਹੀਂ। ਆਲ ਇਜ਼ ਵੈਲ ਨਹੀਂ, ਹਰੀਸ਼ ਰਾਵਤ ਜੀ ਦਾ ਕਹਿਣਾ ਨਹੀਂ ਸਾਰਾ ਕੁਝ ਵਧੀਆ ਹੈ। ਤੁਸੀਂ ਦੇਖੋ ਵਿਪ ਦੀ ਕੀ ਲੋੜ ਪੈਗੀ? ਨਹੀਂ, ਵਿਪ ਹੈ ਕਿ ਸਾਰੇ ਹਾਜ਼ਰ ਰਹਿਣਾ, ਗੁਰੂਆਂ ਦਾ ਦਿਨ ਹੋਏ, ਕਿਉਂ ਨਾ ਸਾਰੇ ਆਉਣ, ਉਹਦੇ ਵਾਸਤੇ ਵੀ ਵਿਪ ਹੈ। ਸ਼ਾਸਨ ਵਧਾਇਆ ਜਾਣਾ ਚਾਹੀਦਾ, ਕੀ ਕਹਿੰਦੇ ਹੋ? ਇਹ ਪਤਾ ਨਹੀਂ ਹੁਣ, ਇਹ ਤੇ ਜਿਹੜੀ ਕਮੇਟੀ ਹੈ ਉਹ ਡਿਸਾਈਡ ਕਰਦੀ, ਅਸੀਂ ਨਹੀਂ ਕਰਦੇ। ਸ਼੍ਰੋਮਣੀ ਅਕਾਲੀ ਦਲ ਅੱਜ ਦੇ ਸੈਸ਼ਨ ਦਾ ਜਿੱਥੇ ਸਵਾਗਤ ਕਰਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ
ਪੁਰਬ ਨੂੰ ਸਮਰਪਿਤ ਇਹ ਸੈਸ਼ਨ ਸੱਦਿਆ ਗਿਆ, ਉਹਦਾ ਅਸੀਂ ਸਵਾਗਤ ਕਰਦੇ ਹਾਂ। ਨਾਲ ਹੀ ਇਹ ਵੀ ਮਹਿਸੂਸ ਕਰਦੇ ਹਾਂ ਕਿ ਚੁਣੇ ਹੋਏ ਨੁਮਾਇੰਦਿਆਂ ਦੀ ਇੱਕ ਡਿਊਟੀ ਬਣਦੀ ਆ, ਜ਼ਿੰਮੇਵਾਰੀ ਬਣਦੀ ਆ, ਔਰ ਗੁਰੂ ਸਾਹਿਬ ਦਾ ਵੀ ਜਿਹੜਾ ਦੱਸਿਆ ਹੋਇਆ ਰਸਤਾ ਉਹ ਇਹ ਹੈ ਕਿ ਲੋੜਵੰਦਾਂ ਦੀ, ਦਬਲਿਆਂ ਕੁਚਲਿਆਂ ਦੀ, ਕਿਸਾਨ ਭਰਾਵਾਂ ਦੀ, ਜਿਨ੍ਹਾਂ ਨੂੰ ਹੁਕਮਰਾਨ ਜਿਨ੍ਹਾਂ ਨਾਲ ਧੱਕਾ ਕਰ ਰਹੇ ਆ, ਬੇਇਨਸਾਫੀ ਕਰ ਰਹੇ ਆ, ਉਹਨਾਂ ਦੇ ਖਿਲਾਫ ਆਵਾਜ਼ ਉਠਾਉਣੀ ਵੀ ਗੁਰੂ ਸਾਹਿਬ ਨੇ ਸਾਨੂੰ ਇਹ ਰਸਤਾ ਸਮਝਾਇਆ, ਦਿਖਾਇਆ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਐਡੀ ਵੱਡੀ ਸ਼ਹਾਦਤ ਦਿੱਤੀ ਸੀ ਹੱਕ ਸੱਚ ਵਾਸਤੇ, ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਵੇਲੇ ਦੇ ਹੁਕਮਰਾਨਾਂ ਔਰੰਗਜ਼ੇਬ ਵਰਗਿਆਂ ਦੇ ਦੰਦ ਖੱਟੇ ਕੀਤੇ ਸੀ। ਅੱਜ ਦੇ ਹੁਕਮਰਾਨ ਕਾਂਗਰਸ ਪਾਰਟੀ ਵੀ ਉਸੇ ਲੀਆਂ ਤੇ ਚੱਲੀ ਆ, ਔਰੰਗਜ਼ੇਬ ਵਾਲੀ ਤੇ। ਕਿਸਾਨਾਂ ਦੇ ਨਾਲ ਧੱਕੇਸ਼ਾਹੀ, ਕਿਸਾਨਾਂ ਦਾ ਪੂਰਨ ਕਰਜ਼ਾ ਮਾਫੀ ਤੇ ਕੋਈ ਚਰਚਾ ਨਹੀਂ, ਕਿਸਾਨ ਖੁਦਕੁਸ਼ੀ ਨੂੰ, ਪਰਿਵਾਰਾਂ ਨੂੰ ਨੌਕਰੀ ਦੇਣਾ, 10 ਲੱਖ ਮਦਦ ਦੇਣੇ ਉੱਤੇ ਬਾਰੇ ਕੋਈ ਚਰਚਾ ਨਹੀਂ। ਕਿਸਾਨ ਅੰਦੋਲਨ 'ਚ ਸ਼ਹੀਦ ਹੋਏ ਮਾਨ ਯੋਧਿਆਂ ਦੇ ਪਰਿਵਾਰਾਂ ਦੇ ਬਾਰੇ 602 ਜਾਂ 3 ਪਰਿਵਾਰ ਹੋ ਗਏ, ਇਕੱਲੇ ਨੂੰ ਨੌਕਰੀ ਦੇਣ ਦਾ ਕੋਈ ਪ੍ਰਬੰਧਨ ਨਹੀਂ। ਇਸੇ ਤਰ੍ਹਾਂ ਮੁਲਾਜ਼ਮ ਵੀਰ, ਨੌਜਵਾਨ ਪੀੜ੍ਹੀ ਘਰ ਘਰ ਨੌਕਰੀ ਲਈ ਜਿਹੜੀ ਜਿਨ੍ਹਾਂ ਨਾਲ ਵਾਅਦਾ ਹੋਇਆ ਸੀ, ਗੁਰੂ ਸਾਹਿਬ ਦੀ ਸਾਬੂ ਕੀ ਤਲਵੰਡੀ ਪਵਿੱਤਰ ਧਰਤੀ ਤੇ ਗੁਟਕਾ ਸਾਹਿਬ ਆਚੇ ਫੜ ਕੇ ਜੋ ਵਾਅਦਾ ਕੀਤਾ ਸੀ, ਉਹਨਾਂ ਨੂੰ ਨੌਕਰੀ ਮੰਗਣ ਜਾਂਦੇ ਆ, ਉਹਨਾਂ ਨੂੰ ਕੁੱਟ ਪੈਂਦੀ ਆ। ਸਾਡੀ ਧੀਆਂ ਭੈਣਾਂ ਦੇ ਨਾਲ ਬਦਸਲੂਕੀ, ਲਾਅ ਐਂਡ ਆਰਡਰ ਦੇ ਬੁਰੇ ਹਾਲ, ਔਰ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਕੇ, ਟੋਰਪੀਡੋ ਕਰਕੇ, ਭਾਜਪਾ ਦੇ ਨਾਲ ਕੇਂਦਰ ਦੀ ਸਰਕਾਰ ਨਾਲ ਰਲ ਕੇ ਉਹੋ ਜਿਹਾ ਮਾਹੌਲ ਪੰਜਾਬ 'ਚ ਬਣਾਉਣਾ ਜੋ 84 ਵੇਲੇ ਸੀ, ਤਰੀਕੇ ਨਾਲ ਰਾਸ਼ਟਰਪਤੀ ਰਾਜ ਇੱਥੇ ਲੈ ਕੇ ਆਉਣਾ, ਇਹ ਸਾਰੀਆਂ ਸਾਜ਼ਿਸ਼ਾਂ ਦੇ ਅਸੀਂ ਚਰਚਾਵਾਂ ਚਾਹੁੰਦੇ ਆ। ਚਾਹੇ ਉਹ ਐਸਸੀ ਮੁੱਦੇ ਆ, ਚਾਹੇ ਉਹ ਬਿਜਲੀ ਜਿਹੜਾ ਇਹ ਕਹਿੰਦੇ 3 ਰੁਪਏ ਦੇਣੀ ਹੈ ਤਾਂ ਦਿਓ, ਝੂਠ ਨਾ ਬੋਲੋ। ਇਸ ਲਈ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਅੱਡ-ਅੱਡ ਮੁੱਦੇ ਜਿਹੜੇ ਅਸੀਂ ਲੈ ਕੇ ਆਏ ਆ ਕਿ ਅੱਜ ਦਾ ਦਿਨ ਠੀਕ ਹੈ, ਮਗਰ ਕੱਲ ਤੋਂ ਚਰਚਾਵਾਂ ਵੱਖ-ਵੱਖ ਮੁੱਦਿਆਂ ਤੇ ਕੀਤੀ ਜਾਵੇ, ਔਰ 84 ਵਾਲੇ ਹਾਲਾਤ ਨਾ ਬਣਨ ਕਿ ਸੈਂਟਰ ਨਾਲ ਰਲ ਕੇ ਜੋ ਕਾਂਗਰਸ ਖੇਡ ਰਹੀ ਹੈ ਔਰ ਇੱਕ ਦਿਖਾ ਰਹੀ ਹੈ, ਕਦੇ ਟਿਫਨ ਬੰਬ, ਕਦੇ ਗ੍ਰਨੇਡ, ਕਦੇ ਡਰੋਨ, ਕਦੇ ਕੁਛ, ਇਹ ਸਾਰਾ ਮਾਹੌਲ ਬਣਾ ਕੇ ਕਹਿਣ ਕਿ ਨਹੀਂ ਜੀ ਹੁਣ ਤਾਂ ਇੱਥੇ ਰਾਸ਼ਟਰਪਤੀ ਸ਼ਾਸਨ ਲੱਗਣਾ ਚਾਹੀਦਾ। ਫਿਰ ਉਹ ਤਾਂ ਜੋ ਦਿੱਲੀ ਚਾਹੁੰਦੀ ਹੈ ਉਸ ਗੱਲ ਤੇ ਤਾਂ ਫਿਰ ਕਾਂਗਰਸ ਖੇਡਣ ਲੱਗ ਗਈ ਹੈ। ਔਰ ਲੜਾਈ ਦਿੱਲੀ ਨਾਲ ਹੈ ਕਾਲੇ ਕਾਨੂੰਨਾਂ ਦੇ ਖਿਲਾਫ। ਇੱਥੇ ਭਰਾ ਮਾਰੂ ਜੰਗ ਜਿਹੜੀ ਬੜੀ ਸਾਜ਼ਿਸ਼ ਤਹਿਤ ਸ਼ੁਰੂ ਹੋਈ ਹੈ, ਉਸ ਤੋਂ ਵੀ ਬਚਣ ਦੀ ਲੋੜ ਹੈ। ਸਾਰੇ ਸ਼੍ਰੋਮਣੀ ਅਕਾਲੀ ਦਲ ਦੇ MLA ਸਾਹਿਬਾਨਾਂ ਦਾ ਇਹ ਵਿਚਾਰ ਹੈ ਜੋ ਅਸੀਂ ਅੱਜ ਦਾ ਦਿਨ ਨੂੰ ਅਸੀਂ ਸਵਾਗਤ ਕਰਦੇ ਹਾਂ, ਅਸੀਂ ਸਮਰਪਿਤ ਹਾਂ, ਮਗਰ ਨਾਲ ਹੀ ਗੁਰੂ ਸਾਹਿਬ ਦਾ ਜੋ ਦੱਸਿਆ ਹੋਇਆ ਰਸਤਾ ਉਹ ਵੀ ਅਸੀਂ ਚਾਹੁੰਦੇ ਹਾਂ, ਉਸ ਤੇ ਵੀ ਪੈਰਾ ਦੇਣਾ ਸਭ ਦਾ ਫਰਜ਼ ਬਣਦਾ। ਸੈਸ਼ਨ ਜਦ ਅੱਜ ਸੱਦ ਲਿਆ ਤੇ ਅੱਜ ਕਿਉਂ ਨਹੀਂ ਵਧਾਉਣਾ ਚਾਹੀਦਾ? ਅਗਲਾ ਦਿਨ ਅਕਲ ਦਾ ਦਿਨ, ਬਾਕੀ ਚਰਚਾਵਾਂ ਲਈ 15 ਦਿਨ ਬੁਲਾਓ ਸੈਸ਼ਨ, ਚਰਚਾਵਾਂ ਕਰੋ ਹਰ ਇਕੱਲੇ ਮੁੱਦੇ ਤੇ। ਦੇਖੋ ਇੱਕ ਗੱਲ ਸਪਸ਼ਟ ਹੈ, ਕਾਂਗਰਸ ਵੱਲੋਂ ਵੀ ਵਿਪ ਤੇ ਆਪ ਵੱਲੋਂ ਵੀ ਵਿਪ। ਇਹ ਤੋਂ ਤਾਂ ਇੱਕ ਗੱਲ ਸਪਸ਼ਟ ਹੋ ਗਈ ਕਿ ਇਹਨਾਂ ਨੂੰ ਗੁਰੂ ਸਾਹਿਬ ਦੇ ਪੁਰਬ ਦਾ ਕਿੰਨਾ ਸਤਿਕਾਰ ਹੈ। ਗੁਰੂ ਤੋਂ ਇਹ ਕਿੱਡੇ ਬੇਮੁਖ ਨੇ, ਗੁਰੂ ਤੋਂ ਇੰਨੇ ਦੂਰ ਹੈ। ਜੇ ਇਸ ਪੁਰਬ ਵਾਸਤੇ ਵੀ ਵਿਪ ਦੀ ਲੋੜ ਪੈ ਗਈ, ਇਹ ਤੋਂ ਹੀ ਪਤਾ ਲੱਗਦਾ ਕਿ ਜਿਹੜੀ ਹਰਮੰਦਰ ਸਾਹਿਬ ਤੇ ਅਟੈਕ ਕਰਾਉਣ ਵਾਲੀ ਜਿਹੜੀ ਗਾਂਧੀ ਪਰਿਵਾਰ ਦੀ ਰੂਹ ਹੈ, ਕਿਥੇ ਨਾ ਸਾਰਿਆਂ 'ਚ ਜਾਗ ਨਾ ਪਵੇ, ਤਦੇ ਰੌਲਾ ਪਾਉਂਦੇ ਫਿਰਦੇ। ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਪ੍ਰਧਾਨ ਵੀ ਅੰਦਰ ਹੋਣਗੇ ਤਾਂ ਕੀ ਸਵਾਲ ਉਹਨਾਂ ਤੋਂ ਵੀ ਪੁੱਛੇ ਜਾਣਗੇ? ਨਹੀਂ, ਉਹ ਮੈਂ ਤਾਂ ਅਪੀਲ ਕਰਦਾ ਉਹਨਾਂ ਨੂੰ ਕਿ ਇਹ ਕਹਿੰਦੇ ਸੀ ਸੈਸ਼ਨ ਵਧਾਉਣਾ ਚਾਹੀਦਾ, ਔਰ ਜੇ ਬਹੁਮਤ ਤੁਹਾਡੇ ਨਾਲ ਹੈ ਤੁਸੀਂ ਲਿਆਓ ਮਤਾ, ਨੋ ਕੌਨਫੀਡੈਂਸ ਮੋਸ਼ਨ ਲਿਆਓ ਸਰਕਾਰ ਦੇ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਖਿਲਾਫ, ਅਸੀਂ ਨਾਲ ਸਾਥ ਦੇਵਾਂਗੇ। ਔਰ ਇਸ ਲਈ ਦੇਵਾਂਗੇ ਕਿਉਂਕਿ ਤੁਸੀਂ ਕਿਹਾ 3 ਰੁਪਏ ਬੱਤੀ ਹੋਊ, ਤੁਸੀਂ ਕਿਹਾ ਕਿ ਕੱਚੇ ਮੁਲਾਜ਼ਮ ਪੱਕੇ ਹੋਣਗੇ, ਘਰ ਘਰ ਨੌਕਰੀ ਦਿੱਤੀ ਜਾਊਗੀ, ਤੇ ਜੇ ਤੁਸੀਂ ਇਹ ਕੰਮ ਪੂਰਾ ਕਰ ਸਕਦੇ ਹੋ, ਅਸੀਂ ਭਾਵੇਂ ਵਿਰੋਧੀ ਹਾਂ ਮਗਰ ਅਸੀਂ ਇਸ ਕੰਮ ਤੇ ਠੋਕੋ ਤਾਲੀ ਦਾ ਸਾਥ ਦੇਣ ਨੂੰ ਤਿਆਰ। ਠੋਕੋ ਤਾਲੀ ਦਾ ਠੋਕ ਕੇ ਸਾਥ ਦੇਵਾਂਗੇ, ਭਾਵੇਂ ਇਹਦੇ ਆਪਦੇ ਦੇਣ ਨਾ ਦੇਣ। ਹਾਂਜੀ, ਔਰ ਇੱਕ ਉਹਨਾਂ ਨੂੰ ਇਹ ਵੀ ਬੇਨਤੀ ਹੈ, ਸਾਰੇ ਆ ਟੀਨੂ ਜੀ ਦੱਸ ਰਹੇ ਸੀ ਆ ਗਲ 'ਚ ਪਤਾ ਨਹੀਂ ਕੀ ਕੁਝ ਪਾਇਆ ਉਸ ਕਾਪ ਥੱਲੇ, ਉਹ ਵੀ ਜਰਾ ਦਰਸ਼ਨ ਕਰਾ ਦੇਣ, ਕਪਤਾਨ ਨੂੰ
ਠੋਕਣ ਲਈ ਕੀ ਕੁਝ ਇੱਥੇ ਬੰਨੀ ਫਿਰਦੇ ਆ ਉਹਦਾ ਵੀ ਪਤਾ ਲੱਗ ਜੇ। ਹਾਂਜੀ ਹੈ ਫਲੋਰ ਟੈਸਟ ਦੀ ਮੰਗ ਤਾਂ ਠੋਕੋ ਤਾਲੀ ਕਰੇ, ਨਹੀਂ ਤਾਂ ਬੇਨਕਾਬ ਨੇ ਸਾਰੇ। ਔਰ ਚਾਰੇ ਵਜ਼ੀਰ ਜਿਹੜੇ ਕਹਿੰਦੇ ਸਾਨੂੰ ਭਰੋਸਾ ਨਹੀਂ ਕਪਤਾਨ ਤੇ ਫਿਰ ਅੰਦਰ ਕੀ ਕਰਨ ਗਏ? ਅੱਜ ਤੁਹਾਡੇ ਚਿਹਰੇ ਨੰਗੇ ਹੋਣਗੇ ਜੇ ਰਲ ਕੇ ਖੇਡੋਗੇ। ਇਸ ਲਈ ਲੋਕਾਂ ਦੇ ਮੁੱਦਿਆਂ ਦੀ ਗੱਲ ਕਰੋ ਅੱਜ, ਤੇ ਮੈਂ ਸਹਿਮਤ ਰਹੂੰਗਾ। ਅੱਜ ਵੀ ਕੁਝ ਕਿਸਾਨ ਆਏ ਹਨ ਬਾਹਰ, ਵਿਧਾਨ ਸਭਾ 'ਚ ਵੀ ਗੱਲ ਹੋਣੀ ਚਾਹੀਦੀ ਕਿਸਾਨਾਂ ਨਾਲ। ਹਾਂਜੀ ਕਿਸਾਨ ਕੁਝ ਬਾਹਰ ਆਏ ਹਨ ਵਿਧਾਨ ਸਭਾ। ਅਸੀਂ ਤਾਂ ਆਪ ਕਹਿੰਦੇ ਆ ਜੀ ਸਾਰੇ ਮੁੱਦੇ ਡਿਸਕਸ ਹੋਣਾ, ਕਿਵੇਂ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਉਹ ਵੀ डिस्कस होना चाहिए। थैंक यू। देखिए ऐसा है कि मैं समझता हूँ कि सरकार अपने जिम्मेवारियों से भाग रही है। हमने डिमांड की थी कि 15 दिन का सेशन है वो होना चाहिए। आज गुरु साहब को समर्पित हों, ठीक है, अच्छी बात है, लेकिन बाकी के जो 14 दिन है, जो लोगों के मसले मुद्दे जिसके लिए लोगों ने हमें चुना है, हम लोग गुरु साहब ने कहा है कि हर बंदे को अपना किरत, अपना कर्म जो है वो करना चाहिए। हम लोगों की किरत, हम लोगों का कर्म क्या है कि पंजाब के लोगों के जो मुद्दे मसले हैं उनको डिस्कस करें, डिबेट करें, उनको हल करें। अगर उसके लिए टाइम ही नहीं रखा जाएगा तो कैसे मसले हल होंगे? मेरे को ये शक पड़ता है, खदशा है, डर है, और मैं चाहता हूं कि मेरा ये जो खदशा है वो गलत साबित हो। खदशा ये है कि कॉन्स्टिट्यूशन की एक अनिवार्य ऑब्लिगेशन है कि 9 महीने के अंदर अंदर सेशन एक बार बैठना चाहिए। वो 6 महीने के अंदर, 6 महीने जो हैं वो 9 सितंबर को ख़त्म हो रहे हैं। आज की वो फॉर्मेलिटी पूरी करके अगर मुड़ के दोबारा नहीं बुलाते तो दैट मीन्स सरकार अपने कर्म से, अपने फर्जों से भाग रही है। हमें सिर्फ खदशा ये है, मैं ये चाहता हूँ, हमने डिमांड ये की थी कि 15 दिन का सेशन करो, आज गुरु साहब को समर्पित हो जाए, अगले 14 दिन जो है वो पंजाब के लोगों को समर्पित होकर उनके मुद्दों मसलों को हल कर लें। मेरे को ये समझ नहीं आई इसका लॉजिक क्या हुआ कैप्टन अमरिंदर सिंह का कि जी आज तो हमने एक दिन का ही रखा है लेकिन हफ्ते या 10 दिन बाद दोबारा रखेंगे। क्यों भाई? अगर आज कोई किसी ज्योतिषी ने इनको कहा है कि भैया ये 15 दिन का इकट्ठे नहीं हो सकता, ये सिर्फ और सिर्फ लोगों को बेवकूफ़ बनाने वाली बातें हैं। तो बजट भी अपना उन्होंने प्री बजट भी तो सर पेश होना है। नहीं, प्री बजट तो बाद की बातें है ना जी। वो तो पहले तो मानसून सेशन की बात करो आप। मानसून सेशन आना चाहिए था, वो अभी तक किया नहीं है। स्पेशल सेशन रख लिया, स्पेशल सेशन में बाकी सारे का सारा जो बिजनेस था, चाहे वो क्वेश्चन आर था, चाहे वो कॉल अटेंशन मोशन थी, चाहे जो मैंने 2 प्राइवेट मेंबर बिल लगाए थे, 3 पीपीएस को लेके और लेकर कॉर्पोरेशन को लेके, वो सारे का सारा सस्पेंड कर दिया। ये सिर्फ और सिर्फ बहाना लग रहा है जी कि सरकार अपने मुद्दों से भाग रही है। अंदर फ्लोर टेस्ट की गल करोगे आज? अंदर ਹੁਣ ਜਾਣੇ ਜੀ, ਪਹਿਲਾਂ ਅੰਦਰ ਤਾਂ ਜਾਣਾ ਤਾਂ ਫਲੋ ਟੈਸਟ ਕੀ ਹੈ ਤਾਂ ਉਹ ਤਾਂ ਮੈਂ ਕੀ ਸਾਡੇ ਨਾਲ ਪਹਿਲਾਂ ਕਾਂਗਰਸੀ ਪੱਟਾਂ ਨੂੰ ਤੇਲ ਲਈ ਬੈਠੇ ਨੇ ਵੀ ਹਾਂ ਜੋ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਨਾ ਹੈ। ਵਿਪ ਦੀ ਕੀ ਲੋੜ ਪੈ ਗਈ ਜੀ? ਵਿਪ ਦੀ ਕੀ ਲੋੜ ਪੈ ਗਈ? ਵਿਪ ਜਾਰੀ ਕੀਤਾ ਗਿਆ? ਨਹੀਂ, ਵਿਪ ਤਾਂ ਇਹ ਹੁੰਦਾ ਜੀ ਕਿ ਕੋਈ ਉਸ 'ਚ ਲੰਬਾ ਜਿਹੜਾ ਇਸ਼ੂ ਨਹੀਂ ਹੈਗਾ। ਵਿਪ ਅਸੀਂ ਤਾਂ ਵੈਸੇ ਵੀ ਬਿਨਾਂ ਵਿਪ ਤੋਂ ਵੀ ਸਾਰੇ ਆਉਂਦੇ ਹੁੰਦੇ ਆ। ਅੱਜ ਡੈਫੀਨੇਟਲੀ ਜੇ ਅੰਦਰ ਜਾ ਕੇ ਹੁਣ ਜਿਹੜੀ ਫਲੋਰ ਦੀ ਸਟ੍ਰੈਟਜੀ ਉਹ ਬਣੇਗੀ, ਜਦੋਂ ਨੋ ਕੌਨਫੀਡੈਂਸ ਮੋਸ਼ਨ ਇਸ਼ੂ ਕਰਨਾ ਤੇ ਫਿਰ ਵਿਪ ਤਾਂ ਜਾਰੀ ਕਰਨਾ ਹੀ ਪਏਗਾ ਨਾ ਜੀ। ਵਿਕਰਮ ਮਜੀਠੀਆ ਕਹਿ ਕੇ ਗਏ ਨੇ ਕਿ ਜੇ ਨਵਜੋਤ ਸਿੰਘ ਸਿੱਧੂ नो कॉन्फिडेंस मोशन लियाते ने कैप्टन अमरिंदर की सरकार के खिलाफ तो अकाली दल ਉਹਦਾ ਸਮਰਥਨ ਕਰੇਗਾ। ਤੁਸੀਂ ਕੀ ਕਹਿੰਦੇ ਹੋ? ਨਹੀਂ, ਅਸੀਂ ਤਾਂ ਸਪਸ਼ਟ ਇੱਕ ਗੱਲ ਕਹਿੰਦੇ ਆ ਜੀ, ਸਾਨੂੰ ਮਸਲਾ ਇਹ ਨਹੀਂ ਹੈ ਕਿ ਨੋ ਕੌਨਫੀਡੈਂਸ ਮੋਸ਼ਨ ਆਉਂਦਾ ਕਿ ਨਹੀਂ ਆਉਂਦਾ। ਸਾਡਾ ਮਸਲਾ ਹੈ ਪੰਜਾਬ ਦੇ ਲੋਕਾਂ ਦੇ ਮੁੱਦੇ, ਪੰਜਾਬ ਦੇ ਲੋਕਾਂ ਦੇ ਮਸਲੇ। ਅਸੀਂ ਜਿਹੜੀ ਗੱਲ ਪਿਛਲੇ ਪੌਣੇ 5 ਸਾਲਾਂ ਤੋਂ ਕੋਠੇ ਚੜ੍ਹ ਰੌਲਾ ਪਾਉਂਦੇ ਆ ਰਹੇ ਹਾਂ, ਵਿਧਾਨ ਸਭਾ ਹਰ ਵਾਰੀ ਸਰਕਾਰ ਨੂੰ ਘੇਰਦੇ ਆ ਰਹੇ ਹਾਂ। ਅੱਜ ਸ਼ਰਾਬ ਮਾਫੀਆ ਉਸੇ ਤਰੀਕੇ ਨਾਲ ਚੱਲ ਰਿਹਾ ਹੈ, ਅੱਜ ਰੇਤ ਮਾਫੀਆ ਉਸੇ ਤਰੀਕੇ ਨਾਲ ਚੱਲ ਰਿਹਾ, ਅੱਜ ਕਿਸਾਨੀ ਸੜਕਾਂ ਦੇ ਉੱਪਰ ਉਲ ਰਹੀ ਹੈ, ਅੱਜ ਨਸ਼ੇ ਦੇ ਵਪਾਰ ਨੇ ਜਿਹੜੇ ਉਹ ਹੋਰ ਵੱਡੇ ਹੁੰਦੇ ਜਾ ਰਹੇ ਨੇ। ਨੌਜਵਾਨਾਂ ਦੇ ਹੱਥਾਂ 'ਚ ਨੌਕਰੀ ਦੀ ਬਜਾਏ ਨਸ਼ੇ ਦੀਆਂ ਪੁੜੀਆਂ ਨੇ। ਪੰਜਾਬ 3 ਲੱਖ ਕਰੋੜ ਦਾ ਕਰਜ਼ਾ ਹੀ ਹੋ ਗਿਆ। ਸਾਡੇ ਮੁੱਦੇ ਮਸਲੇ ਇਹ ਨੇ। ਅੱਜ ਬੇਅਦਬੀਆਂ ਦੇ ਦੋਸ਼ੀ ਉਸੇ ਤਰੀਕੇ ਨਾਲ ਘੁੰਮ ਰਹੇ ਨੇ। ਸਾਡੇ ਮਸਲੇ ਇਹ ਨੇ। ਅਸੀਂ ਲੰਮੇ ਸਮੇਂ ਤੋਂ ਚੱਕਦੇ ਆ ਰਹੇ ਹਾਂ। ਚਲੋ ਸਾਨੂੰ ਇੰਨਾ ਇੱਕ ਚੰਗੀ ਗੱਲ ਹੈ ਕਿ ਚਾਹੇ ਦੇਰ ਆਏ ਦਰੁਸਤ ਆਏ, ਨਵਜੋਤ ਸਿੰਘ ਸਿੱਧੂ ਜੀ ਨੇ ਹੁਣ ਉਹਨਾਂ ਨੂੰ ਚੱਕਣਾ ਤਾਂ ਸ਼ੁਰੂ ਕੀਤਾ। ਸੋ ਇਸ ਕਰਕੇ ਇਹ ਤਾਂ ਅੰਦਰ ਜਾ ਕੇ ਪਤਾ ਲੱਗੇਗਾ। ਕਿੱਧਰ ਖੜੇ ਹੋਗੇ? ਸਵਾਲ ਤਾਂ ਇਹ ਹੈ, ਤੁਸੀਂ ਉਸ ਟਾਈਮ ਕਿੱਧਰ ਖੜੇ ਹੋਗੇ ਜੋ ਨੋ ਕੌਨਫੀਡੈਂਸ ਮੋਸ਼ਨ? ਅਸੀਂ ਤਾਂ ਆਪ ਡਿਮਾਂਡ ਕੀਤੀ ਕਿ ਅਸੀਂ ਨੋ ਕੌਨਫੀਡੈਂਸ ਮੋਸ਼ਨ ਪਾਵਾਂਗੇ। ਸਵਾਲ ਅਸੀਂ ਮੈਂ ਕਹਿੰਦਾ ਜੀ ਪਾਵਾਂਗੇ ਅਸੀਂ ਨੋ ਕੌਨਫੀਡੈਂਸ ਮੋਸ਼ਨ ਹੀ ਅਸੀਂ ਜੋ ਪਾਰਟੀ ਦੀ ਸਟ੍ਰੈਟਜੀ ਉਹ ਨੋ ਕੌਨਫੀਡੈਂਸ ਮੋਸ਼ਨ ਹੀ ਅਸੀਂ ਮੂਵ ਕਰਾਂਗੇ। ਪਰ ਇਹਦੇ ਵਿੱਚ ਇੰਨਾ ਮੈਂ ਜ਼ਰੂਰ ਚਾਹੂੰਗਾ ਤੇ ਆਮ ਆਦਮੀ ਪਾਰਟੀ ਜ਼ਰੂਰ ਚਾਹੇਗੀ ਕਿ ਕਿਉਂਕਿ ਅੱਜ ਦਾ ਦਿਨ ਹੈ ਜਿਹੜਾ ਇਹਨਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਕੀਤਾ ਹੋਇਆ, ਉਸ ਦੀ ਮਰਿਆਦਾ ਜਿਹੜੀ ਉਹ ਜ਼ਰੂਰ ਅਸੀਂ ਧਿਆਨ ਦੇ ਵਿੱਚ ਰੱਖਾਂਗੇ ਤੇ ਰੱਖਣੀ ਬਣਦੀ ਹੈ। ਕਿਉਂਕਿ
ਬੇਅਦਬੀ ਅਸੀਂ ਨਹੀਂ ਕਰ ਸਕਦੇ ਹੈਗੇ ਕਿਸੇ ਵੀ ਤਰੀਕੇ ਦੇ ਨਾਲ। ਅਕਾਲੀ ਦਲ ਕਰ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਦੇ ਅੰਗਾਂ ਨੂੰ ਰੂੜੀਆਂ ਤੇ ਰੋਲ ਸਕਦਾ ਹੈ, ਅਕਾਲੀ ਦਲ ਕਰ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਬੇਅਦਬੀ ਕਰ ਸਕਦੇ ਨੇ ਕਿ ਕੁਰਸੀ ਦੇ ਲਈ ਗੁਟਕਾ ਸਾਹਿਬ ਨੂੰ ਮੱਥੇ ਨਾਲ ਲਾ ਸਕਦੇ ਨੇ, ਪਰ ਅਸੀਂ ਕਿਸੇ ਵੀ ਤਰੀਕੇ ਦੀ ਬੇਅਦਬੀ ਨਹੀਂ ਕਰਨੀ ਹੈਗੀ। ਮਰਿਆਦਾ ਦੇ ਵਿੱਚ ਰਹਿ ਕੇ ਸਰਕਾਰ ਨੂੰ ਘੇਰਾਂਗੇ ਵੀ ਤੇ ਡੇਗਾਂਗੇ ਵੀ। ਅਮਨ ਜੀ, ਤੁਹਾਡੀ ਪਾਰਟੀ ਦੇ ਵਿੱਚ ਚੀਫ ਮਿਨਿਸਟਰ ਫੇਸ ਨੂੰ ਲੈ ਕੇ ਕਾਫੀ ਘਮਾਸਾਨ ਚੱਲਿਆ ਹੋਇਆ। ਭਗਵੰਤ ਮਾਨ ਦੇ ਸਪੋਰਟਰਸ ਜਿਹੜੇ ਨੇ ਉਹ ਪ੍ਰੋਟੈਸਟ ਕਰ ਰਹੇ ਨੇ ਕਈ ਥਾਂ ਤੇ। ਤੁਸੀਂ ਕੀ ਮੰਨਦੇ ਹੋ ਇਸ ਚੀਜ਼ ਨੂੰ ਲੈ ਕੇ ਕਿ ਚੀਫ ਮਿਨਿਸਟਰ ਫੇਸ ਨੂੰ ਲੈ ਕੇ ਪੰਜਾਬ ਦੇ ਵਿੱਚ ਭਗਵੰਤ ਮਾਨ ਚੀਫ ਫੇਸ ਹੋਣਾ ਚਾਹੀਦਾ? ਨਹੀਂ, ਦੇਖੋ ਸਵਾਲ ਇਹ ਹੈ ਕਿ ਇਹਦਾ ਫੈਸਲਾ ਤਾਂ ਕਰਨਾ ਹੈ ਜਿਹੜੇ ਲੱਖਾਂ ਵਲੰਟੀਅਰਸ ਨੇ, ਵਰਕਰਸ ਨੇ, ਉਹਨਾਂ ਦੇ ਸੈਂਟੀਮੈਂਟਸ ਨੂੰ ਦੇਖ ਕੇ ਉਹ ਪਾਰਟੀ ਦੇ ਹਾਈ ਕਮਾਂਡ ਨੇ ਫੈਸਲਾ ਕਰਨਾ ਹੈ। ਇਹਦੇ ਬਾਰੇ ਅਮਨ ਅਰੋੜਾ ਕੀ ਕਹਿੰਦਾ ਹੈ ਉਹ ਪਾਰਟੀ ਪਲੇਟਫਾਰਮ ਦੇ ਅੰਦਰ ਗੱਲ ਕਰੇਗਾ। ਮੀਡੀਆ ਦੇ ਵਿੱਚ ਕੁਝ ਵੀ ਕਹਿ ਕੇ ਨਾ ਮੈਂ ਕੋਈ ਸੈਂਸੇਸ਼ਨ ਕ੍ਰੀਏਟ ਕਰਨੀ ਚਾਹੁੰਦਾ। ਹਾਂ, ਡੈਫੀਨੇਟਲੀ ਯੈਸ, ਇੱਕ ਚੀਜ਼ ਮੈਂ ਜ਼ਰੂਰ ਕਹੂੰਗਾ ਕਿ ਇਹ ਮਸਲਾ ਜਿਹੜਾ, ਇਹ ਸਵਾਲ ਹੈ ਜਿਹੜਾ ਭਾਈ ਸਾਹਿਬ ਮੈਂ ਸਮਝਦਾ ਕਿ ਤੁਸੀਂ ਸਾਡੇ ਨਾਲੋਂ ਵੱਧ ਇਹ ਅਕਾਲੀ ਦਲ ਤੇ ਕਾਂਗਰਸ ਨੂੰ ਪੁੱਛਿਆ ਕਰੋ। ਉਹ ਕਿਉਂ? ਸਾਡੇ ਲਈ ਤਾਂ ਤੁਹਾਡੇ ਕੋਲ ਸਵਾਲ ਇਹ ਹੈ ਕਿ ਚੀਫ ਮਿਨਿਸਟਰ ਦਾ ਕੈਂਡੀਡੇਟ ਕੌਣ ਹੋਏਗਾ। ਮੇਰਾ ਸਵਾਲ ਤੁਹਾਡੇ ਜ਼ਰੀਏ ਅਕਾਲੀ ਦਲ ਨੂੰ ਤੇ ਕਾਂਗਰਸ ਨੂੰ ਇਹ ਹੈ ਕਿ ਉਹਨਾਂ ਕੋਲ ਜਿਹੜੇ ਚਿਹਰੇ ਹੈਗੇ ਸੁਖਬੀਰ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ, ਅੱਜ ਉਹਨਾਂ ਦੀ ਕ੍ਰੈਡੀਬਿਲਿਟੀ ਪੰਜਾਬ ਦੇ ਵਿੱਚ ਕਿੰਨੀ ਕੁ ਬਚੀ ਹੋਈ ਹੈ? ਕੋਈ ਉਹਨਾਂ ਦਾ ਨੂੰ ਵੋਟ ਪਾਉਣਾ ਤਾਂ ਦੂਰ, ਜਿੱਥੇ ਨੂੰ ਜਾਂਦੇ ਨੇ ਉੱਥੇ ਲੋਕ ਡਾਂਗਾ ਲੈ ਕੇ ਮਗਰ ਪੈ ਜਾਂਦੇ ਨੇ। ਇਹ ਕ੍ਰਾਈਸਿਸ ਹੈ ਜਿਹੜਾ, ਇਹ ਸਾਡੇ ਲਈ ਓਡਾ ਵੱਡਾ ਨਹੀਂ ਹੈਗਾ, ਇਹ ਉਹਨਾਂ ਲਈ ਵੱਧ ਵੱਡਾ ਹੈ। ਸੋ ਇਸ ਕਰਕੇ ਉਹ ਭਗਵੰਤ ਮਾਨ ਦੇ ਸਪੋਰਟਰਸ ਨੇ ਬਹੁਤ ਵੱਡਾ ਕੈਂਪੇਨ ਚਲਾਇਆ ਹੋਇਆ ਸੋਸ਼ਲ ਮੀਡੀਆ ਤੇ ਵੀ। ਦੇਖੋ ਉਹ ਠੀਕ ਹੈ, ਹਰੇਕ ਬੰਦੇ ਦੇ ਆਪਦੇ ਇਸ਼ੂਜ਼ ਹੁੰਦੇ ਨੇ, ਹਰੇਕ ਬੰਦੇ ਦੇ ਆਪਦੇ ਸੈਂਟੀਮੈਂਟਸ ਹੁੰਦੇ ਨੇ। ਜੇ ਕਿਸੇ ਨੇ ਆਪਦੇ ਇਮੋਸ਼ਨਸ ਨੂੰ, ਆਪਦੇ ਸੈਂਟੀਮੈਂਟਸ ਨੂੰ ਉਹ ਉਜਾਗਰ ਕਰ ਰਿਹਾ ਹੈ, ਵਿਦਿਨ ਪਾਰਟੀ ਪਲੇਟਫਾਰਮ ਕਰ ਰਿਹਾ, ਇਹਦੇ 'ਚ ਗਲਤ ਕੀ ਹੈ? ਚੰਗੀ ਗੱਲ ਹੈ। ਮੈਂ ਸਮਝਦਾ ਕਿ ਇੰਨੀ ਕੁ ਫਰੀਡਮ ਤਾਂ ਹਰੇਕ ਵਰਕਰ ਨੂੰ, ਵਲੰਟੀਅਰ ਨੂੰ, ਲੀਡਰ ਨੂੰ ਹੋਣੀ ਚਾਹੀਦੀ ਹੈ ਕਿ ਉਹ ਆਪਦੇ ਐਕਸਪ੍ਰੈਸ਼ਨਸ ਨੇ ਜਿਹੜੇ ਆਪਦੇ ਇਮੋਸ਼ਨਸ ਉਹ ਐਕਸਪ੍ਰੈਸ ਕਰ ਸਕੇ। ਵਰਕਰਸ ਕਹਿ ਰਹੇ ਨੇ ਕਿ ਪਾਰਟੀ ਡਿਲੇ ਕਰ ਰਹੀ ਹੈ ਚੀਫ ਮਿਨਿਸਟਰ ਫੇਸ ਨੂੰ। ਦੇਖੋ ਇਸ ਤਰ੍ਹਾਂ, ਜਿਹੜੀ ਗਲਤੀ ਪਿਛਲੀ ਵਾਰ ਹੋਈ, ਦੇਖੋ ਇਸ ਤਰ੍ਹਾਂ ਡਿਲੇ ਕਰ ਰਹੀ ਹੈ ਪਾਰਟੀ। ਨਹੀਂ, ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ 5 ਉਂਗਲਾਂ ਨੇ ਜਿਹੜੀਆਂ ਉਹ ਵੀ ਬਰਾਬਰ ਨਹੀਂ ਹੁੰਦੀਆਂ ਹੈਗੀਆਂ। 130 ਕਰੋੜ ਦੀ ਪੋਪੂਲੇਸ਼ਨ ਹੈ, ਕਿਸੇ ਦੀ ਅਕਲ ਨਹੀਂ ਮਿਲਦੀ, ਕਿਸੇ ਦੀ ਸ਼ਕਲ ਨਹੀਂ ਮਿਲਦੀ, ਹਰੇਕ ਦਾ ਆਪੋ ਆਪਣਾ ਥਾਟ ਪ੍ਰੋਸੈਸ ਹੈ। ਮੈਂ ਤੁਹਾਡੀ ਗੱਲ ਨੂੰ ਜਾਂ ਵਲੰਟੀਅਰਸ ਦੀ ਗੱਲ ਨੂੰ ਗਲਤ ਨਹੀਂ ਕਹਿ ਰਿਹਾ ਹੈਗਾ, ਪਰ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਪਾਰਟੀ ਦੀ ਲੀਡਰਸ਼ਿਪ ਇਹ ਸੋਚਦੀ ਹੋਵੇ ਕਿ ਹਜੇ ਤਕਰੀਬਨ 4 ਜਾਂ 5 ਮਹੀਨੇ ਪਏ ਨੇ। ਪਿਛਲੀ ਵਾਰੀ 2017 ਦੇ ਵਿੱਚ ਵੀ ਸਾਡੀ ਨਾ ਜਿੱਤਣ ਦਾ ਰੀਜ਼ਨ ਇੱਕ ਇਹ ਸੀਗਾ ਕਿ ਅਸੀਂ ਬਹੁਤ ਜਲਦੀ, ਇਲੈਕਸ਼ਨਾਂ ਤੋਂ ਬਹੁਤ ਲੰਮਾ ਸਮਾਂ ਪਹਿਲਾਂ ਸਾਡੀ ਕੈਂਪੇਨ ਹੈ ਜਿਹੜੀ ਉਹ ਪੀਕ ਕਰ ਗਈ ਸੀਗੀ। ਜਿੱਡੀ ਮਰਜ਼ੀ ਪਾਰਟੀ, ਜਿੱਡਾ ਮਰਜ਼ੀ ਤਗੜਾ ਲੀਡਰ ਹੋਵੇ, ਕੋਈ ਵੀ ਪੋਲੀਟੀਕਲ ਕੈਂਪੇਨ ਹੈ ਜਿਹੜੀ, ਪਲੀਜ਼ ਟਰਾਈ ਟੂ ਅੰਡਰਸਟੈਂਡ, ਇਲੈਕਸ਼ਨ ਕੈਂਪੇਨ ਹੈ ਜਿਹੜੀ ਉਹ 2-2.5 ਮਹੀਨੇ ਤੋਂ ਵੱਧ ਚਲਾਉਣੀ, ਉਹਨੂੰ ਮੇਨਟੇਨ ਕਰਨਾ, ਉਹਨੂੰ ਪੀਕ ਦੇ ਉੱਪਰ ਰੱਖਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ। ਸੋ ਇਸ ਕਰਕੇ ਇਹ ਸਾਰੇ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਲਦੀ ਹੀ ਮੇਰੇ ਖਿਆਲ ਦੇ ਵਿੱਚ ਅਰਵਿੰਦ ਜੀ ਇਹਦੇ ਬਾਰੇ ਕੋਈ ਫੈਸਲਾ ਲੈਣਗੇ। ਸਾਰੀ ਭਗਵਾਨ ਜੀ ਉਹਨਾਂ ਨੂੰ ਸਾਰਿਆਂ ਨੂੰ ਕੌਨਫੀਡੈਂਸ ਦੇ ਵਿੱਚ ਲੈ ਕੇ ਕਰਨਗੇ। ਮੇਰੀ ਤੁਹਾਡੇ ਜ਼ਰੀਏ ਸਾਡੇ ਸਾਰੇ ਵਰਕਰਸ ਨੂੰ, ਵਲੰਟੀਅਰਸ ਨੂੰ ਬੇਨਤੀ ਹੈ ਕਿ ਥੋੜੀ ਪੇਸ਼ੈਂਸ ਰੱਖੋ। ਮਸਲਾ ਗੱਲ ਇਹ ਨਹੀਂ ਹੈ ਕਿ ਅੱਜ ਹੀ ਫੈਸਲਾ ਹੋਣਾ ਚਾਹੀਦਾ ਹੈ, ਗੱਲ ਇਹ ਹੈ ਕਿ ਫੈਸਲਾ ਜਿਹੜਾ ਹੋਣਾ ਚਾਹੀਦਾ ਹੈ ਉਹ ਸਾਰਿਆਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ, ਮੱਦੇਨਜ਼ਰ ਰੱਖ ਕੇ ਇੱਕ ਕਲੈਕਟਿਵ ਫੈਸਲਾ ਜਿਹੜਾ ਵਰਕਰ ਤੋਂ ਲੈ ਕੇ ਟੌਪ ਦੀ ਲੀਡਰਸ਼ਿਪ ਤੱਕ ਕਲੈਕਟਿਵ ਫੈਸਲਾ ਜਿਹੜਾ ਉਹ ਹੋਣਾ ਚਾਹੀਦਾ ਹੈ, ਤਾਂ ਕਿ ਸਾਰੇ ਦੇ ਸਾਰੇ ਇੱਕ ਮੁੱਠ ਹੋ ਕੇ, ਇਕਜੁੱਟ ਹੋ ਕੇ ਅਕਾਲੀ ਦਲ ਤੇ ਕਾਂਗਰਸ ਦਾ ਮੁਕਾਬਲਾ ਜਿਹੜਾ ਉਹ ਕਰ ਲਈ ਸੀ ਮੈਦਾਨ ਦੇ ਵਿੱਚ। ਤੁਸੀਂ ਇਹ ਦੱਸੋ ਵੀ ਚਿਹਰਾ ਕਿਹੜਾ ਤੁਹਾਨੂੰ ਮੁੱਖ ਮੰਤਰੀ ਦੇ ਕਾਬਿਲ ਨਹੀਂ ਲੱਗਦਾ ਹੈਗਾ? ਦੱਸੋ। ਆਮ ਆਦਮੀ ਜਿਹੜੇ ਤੁਸੀਂ 2 ਪਾਰਟੀਆਂ ਦੀ, ਦੂਜਿਆਂ ਦੀ ਗੱਲ ਕਰਦੇ ਹੋ, ਦੂਜੀਆਂ 2 ਪਾਰਟੀਆਂ ਦੀ ਗੱਲ ਕਰਦੇ ਹੋ, ਚਾਹੇ ਹੋਏ ਸੁਖਬੀਰ ਬਾਦਲ ਤੇ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ, ਅੱਜ ਉਹ ਲੀਡਰ ਘੱਟ ਨੇ ਤੇ ਸੌਰੀ ਟੂ ਸੇ ਮੈਂ ਕਹਿਣਾ ਨਹੀਂ ਚਾਹੁੰਦਾ ਸੀਗਾ, ਪਰ ਉਹ ਮਾਫੀਆਂ ਦੇ ਸਰਗਣਾ ਵੱਧ ਨਜ਼ਰ ਆਉਂਦੇ ਨੇ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ। ਸਾਡੇ ਇੱਕ ਵਰਕਰ, ਚਾਹੇ ਉਹ ਬੂਥ ਲੈਵਲ ਦਾ ਵਰਕਰ ਹੈ ਤੇ ਚਾਹੇ ਉਹ ਪਾਰਟੀ ਪ੍ਰਧਾਨ ਭਗਵੰਤ ਮਾਨ ਤੱਕ ਦਾ ਤੇ ਚਾਹੇ ਸਾਰੇ ਐਮਐਲਏ ਨੇ, ਇੱਕ ਅਜਿਹਾ ਲੀਡਰ ਦੱਸ ਦਿਓ, ਇੱਕ ਅਜਿਹਾ ਵਰਕਰ ਦੱਸ ਦਿਓ ਜਿਹਦੇ ਦਾਮਨ ਦੇ ਉੱਪਰ, ਚਿੱਟੀ ਚਾਦਰ ਦੇ ਉੱਪਰ ਇੱਕ ਵੀ ਕਾਲਾ ਨਿਸ਼ਾਨ ਹੈ ਜਿਹੜਾ ਦਾਗ, ਉਹ ਕਰਪਸ਼ਨ ਦਾ, ਉਹ ਮਾਫੀਆ ਦਾ, ਉਹ ਠੱਗੀ ਠੋਰੀਆਂ ਦਾ ਹੋਵੇ। ਅੱਜ ਦੀ ਪਲੀਜ਼ ਭਾਈ ਸਾਹਿਬ ਟਰਾਈ ਟੂ ਅੰਡਰਸਟੈਂਡ। ਸਵਾਲ ਇਹ ਨਹੀਂ ਹੈ ਕਿ ਆਹ ਕੱਦ ਹੈ ਜੀ, ਇਹ 2 ਵਾਰ ਦਾ ਮੁੱਖ ਮੰਤਰੀ, 4 ਵਾਰ ਦਾ ਮੁੱਖ ਮੰਤਰੀ ਹੈ। ਉਹ ਮੁੱਖ ਮੰਤਰੀ ਬਣ ਕੇ ਉਹਨਾਂ ਨੇ 10-10, 20-20 ਸਾਲ ਡੱਕਾ ਤੋੜਿਆ ਕਿ ਨਹੀਂ ਤੋੜਿਆ? ਪੰਜਾਬ ਨੂੰ ਲੁੱਟਣ ਤੇ ਕੁੱਟਣ ਤੋਂ ਇਲਾਵਾ ਕੀਤਾ ਕੱਖ ਨਹੀਂ ਹੈਗਾ। ਸੋ ਇਸ ਕਰਕੇ ਕੱਦਾਂ ਦੇ ਨਾਲ ਸਾਨੂੰ ਕੰਪੈਰੀਜ਼ਨ ਨਾ ਕਰਿਓ ਕਿਸੇ ਦੇ ਨਾਲ, ਕਰਮ ਦੇ ਨਾਲ ਕੰਪੈਰੀਜ਼ਨ ਕਰਿਓ। 10 ਸਾਲ ਅਕਾਲੀ ਦਲ ਨੇ, ਸੁਖਬੀਰ ਬਾਦਲ ਹੋਰਾਂ ਨੇ ਕੀ ਕੀਤਾ? ਕੀ ਪੰਜਾਬ ਭੁੱਲ ਗਿਆ? ਆ ਕੈਪਟਨ ਅਮਰਿੰਦਰ ਸਿੰਘ ਨੇ 5 ਸਾਲ ਆਪਦੇ ਭੋਰੇ ਦੇ ਵਿੱਚੋਂ ਨਹੀਂ ਨਿਕਲੇ ਹੈਗੇ ਤੇ ਲੁੱਟ ਦਾ ਦੌਰ ਹੈ ਜਿਹੜਾ ਉਹ ਚੱਲਦਾ ਰਿਹਾ। ਐ ਸਰਕਾਰਾਂ ਚੱਲਦੀਆਂ ਹੁੰਦੀਆਂ ਨੇ। ਚਿਹਰੇ ਸਾਡੇ ਕੋਲੇ ਬਹੁਤ ਨੇ,
ਬਹੁਤ ਲੋਕ ਅਜਿਹੇ ਨੇ ਜਿਨ੍ਹਾਂ ਦੇ ਦਾਮਨ ਪਾਕ ਸਾਫ਼ ਨੇ। ਅੱਜ ਦੀ ਤਾਰੀਖ ਦੇ ਵਿੱਚ ਜਿੰਨੀਆਂ ਪ੍ਰੋਬਲਮ ਪੰਜਾਬ ਦੀਆਂ ਪ੍ਰੋਬਲਮਾਂ ਨੇ, ਚਾਹੇ ਉਹ ਕਿਸਾਨੀ ਦੀ ਹੈ, ਚਾਹੇ ਜਵਾਨੀ ਦੀ ਹੈ, ਚਾਹੇ ਉਹ ਹੈਲਥ ਐਜੂਕੇਸ਼ਨ ਦੀ ਹੈ, ਚਾਹੇ ਉਹ ਇੰਡਸਟਰੀ ਦੀ, ਚਾਹੇ ਉਹ ਵਪਾਰੀਆਂ ਦੀ, ਚਾਹੇ 3 ਲੱਖ ਕਰੋੜ ਦੇ ਕਰਜ਼ੇ ਦੀ ਹੈ, ਸਾਰਿਆਂ ਦੀ ਜੜ, ਸਾਰਿਆਂ ਦੀ ਨਿਉ, ਸਾਰਿਆਂ ਦੀ ਐਪੀਸੈਂਟਰ ਗਰਭ ਹੈ ਜਿਹੜਾ ਉਹ ਇੱਕੋ ਹੀ ਹੈ, ਕਰਪਟ ਪੋਲਿਟਿਕਸ ਤੇ ਕਰਪਟ ਪੋਲਿਟਿਕਸ ਨੂੰ ਹੀ ਪੱਟ ਕੇ ਸਿੱਟਣਾ। ਸਿੱਖ ਚਿਹਰਾ ਹੋਏਗਾ, ਬਾਕੀ ਜਿਹੜੇ ਹਿੰਦੂ ਚਿਹਰੇ ਨੇ ਬਾਕੀ ਨੇ ਉਹ ਫਿਰ ਦੈਟ ਮੀਨਸ ਅਰਵਿੰਦ ਕੇਜਰੀਵਾਲ ਸਮਝਦੇ ਨੇ ਕਿ ਉਹ ਸੀਐਮ ਤੇ ਫੇਸ ਨਹੀਂ। ਨਹੀਂ, ਇਹ ਤਾਂ ਤੁਸੀਂ ਅਰਵਿੰਦ ਕੇਜਰੀਵਾਲ ਜੀ ਨੂੰ ਮੇਰੇ ਤੋਂ ਕਿਉਂ ਪੁੱਛ ਰਹੇ ਹੋ? ਤੁਸੀਂ ਤਾਂ ਪੁੱਛੋਗੇ ਪਾਰਟੀ। ਨਹੀਂ, ਮੈਂ ਜੇ ਪੁੱਛੂੰਗਾ ਮੈਂ ਅੰਦਰ ਬੈਠ ਕੇ ਪੁੱਛੂੰਗਾ, ਮੈਂ ਤੁਹਾਡੇ ਜ਼ਰੀਏ ਪੁੱਛੂੰਗਾ। ਦੱਸੋ। ਸੁਖਬੀਰ ਸਿੰਘ ਬਾਦਲ ਲਗਾਤਾਰ ਇਹ ਗੱਲ ਕਹਿ ਰਹੇ ਨੇ ਕਿ ਜਿਹੜਾ ਰੈਲੀਆਂ ਦੇ ਵਿੱਚ ਵਿਰੋਧ ਹੋ ਰਿਹਾ ਉਹ ਕਾਂਗਰਸੀ ਤੇ ਆਮ ਆਦਮੀ ਪਾਰਟੀ ਦੇ ਵਰਕਰ ਹੈਗੇ ਨੇ, ਕੀ ਕਹੋਗੇ? ਇਹ ਸੁਖਬੀਰ ਸਿੰਘ ਬਾਦਲ ਜੀ ਸਾਡੇ ਤੇ ਇਲਜ਼ਾਮ ਲਾਉਣ ਦੀ ਬਜਾਏ ਨਾ ਆਪਦੀ ਪੀੜ੍ਹੀ ਥੱਲੇ ਸੋਟਾ ਫੇਰਨਾ।